जो सूचना मिली थी सानू उपर ऑर्डर होया सी कि इत्थे जिन्ने भी बैग्स पे उन्हां दी गिनती कीती जाए। ਇਹਨਾਂ ਦੀ ਟੀਮ ਦੀ ਇਨੀਸ਼ੀਅਲ ਤੋਂ ਪਤਾ ਲੱਗਾ ਹੈ ਕਿ ਕੁਛ ਨਾ ਕੁਛ ਘਾਟ ਹੈਗੀ ਹੈ, ਬਟ ਜਿਸ ਤਰ੍ਹਾਂ ਤੁਹਾਨੂੰ ਮੈਂ ਬੇਨਤੀ ਕੀਤੀ ਹੈ ਕਿ ਇਹ ਰਿਕਾਰਡ ਸਾਰਾ ਆਪਣੇ ਨਾਲ ਲੈ ਗਿਆ, ਸੋ ਇਹਦੀ ਜੋ ਵੀ ਇਹਨਾਂ ਦੀ ਗਿਣਤੀ ਹੈ ਉਹਦਾ ਮਿਲਾਨ ਉਦੋਂ ਹੀ ਪੋਸੀਬਲ ਹੈ ਜਦੋਂ ਇਹ ਰਿਕਾਰਡ ਦੇਣਗੇ। ਟੈਂਟੇਟਿਵ ਦੀ ਗੱਲ ਕਰੀਏ ਵੀ ਸ਼ਾਰਟੇਜ ਹੈ, ਸ਼ਾਰਟੇਜ ਹੈ, ਕੋਈ ਸ਼ੱਕ ਨਹੀਂ। ਜਿਵੇਂ ਦੱਸਿਆ ਜਾ ਰਿਹਾ ਵੀ ਕਰੀਬ 50,000 ਕੁਇੰਟਲ ਘੱਟ ਹੈ, ਇਹਦਾ ਮਤਲਬ 10 ਕਰੋੜ ਤੋਂ ਉੱਪਰ ਦਾ ਕਪੜਾ। ਬਿਲਕੁਲ ਜੀ ਬਿਲकुल, ਇੰਨੇ ਬੰਦੇ ਨੇ। D4 न्यूज़ देख रहे तमाम दोस्तों को दीपक भंडारी का नमस्कार। हम पहुंचे हैं यहाँ पर मानावाले में। आपको बता दें ये गोदाम आते हैं सारे फूड एंड सप्लाई विभाग के अंडर। ऐसी सूचना थी कि यहाँ पर जो प्रोक्योरमेंट के जो अनाज रखा गया है खरीद कर, उसमें भारी घपला पाया गया है। बाहर से जो विजिलेंस की टीमें भी यहाँ पर आई हुई हैं। हमारी जानकारी के मुताबिक यहाँ पर इस जंडियाला ब्लॉक में कुल 8 गोदामों की जांच हो रही है और अलग अलग टीमें यहाँ पर लगी हुई हैं। कल से इसकी जो तमाम ये देख सकते हैं आप, ये अनाज लगा हुआ है, इनकी जो गिनती की जा रही है एक एक करके। जो हमारी जानकारी हमें मिली है कि इन गोदामों में करीब 70,000 जो बोरी है वो कम है। करोड़ों रुपए के अनाज का घपला हुआ। जो यहाँ पर इंस्पेक्टर थे वो भी यहाँ पर नहीं, हमारे साथ हैं जो विजिलेंस की टीम के कुछ अधिकारी हैं, उनके साथ। सर सत श्री अकाल जी। सत श्री अकाल जी। क्या नाम है थोड़ा? राजवंत सिंह जी। राजवंत जी, ਤੁਸੀਂ ਕਿੱਥੋਂ ਆਏ ਹੋ? ਅਸੀਂ ਚੈਕਿੰਗ ਤੇ ਆਏ ਜੀ ਟੀਮ ਦੇ ਨਾਲ। ਤੁਸੀਂ ਚੰਡੀਗੜ੍ਹੋਂ ਆਏ ਹੋ ਵਿਜੀਲੈਂਸ ਦੀ ਟੀਮ? ਹਾਂਜੀ, ਟੀਮ ਦੇ ਨਾਲ ਚੰਡੀਗੜ੍ਹ। ਅੱਛਾ, ਕਿਸ ਤਰ੍ਹਾਂ ਕੀ ਸੂਚਨਾ ਸੀਗੀ ਤੁਹਾਨੂੰ? ਕੱਲ ਦੀ ਤੁਹਾਡੀ ਟੀਮ ਆਈ ਹੋਈ, ਟੋਟਲ ਕਿੰਨੀਆਂ ਟੀਮਾਂ ਆਈਆਂ ਹੋਈਆਂ? ਇਹ ਇੱਥੇ ਲਗਭਗ 5 ਟੀਮਾਂ ਵਰਕ ਕਰ ਰਹੀਆਂ ਜੀ ਤੇ ਗੋਦਾਮ ਦੀ ਚੈਕਿੰਗ ਹੋ ਰਹੀ ਹੈ। ਜੋ ਸੂਚਨਾ ਮਿਲੀ ਸੀ ਸਾਨੂੰ ਉੱਪਰ ਆਰਡਰ ਹੋਇਆ ਸੀ ਕਿ ਇੱਥੇ ਜਿੰਨੇ ਵੀ ਬੈਗਸ ਪਏ ਉਹਨਾਂ ਦੀ ਗਿਣਤੀ ਕੀਤੀ ਜਾਵੇ। ਅੱਛਾ, ਤੁਸੀਂ ਕੱਲ ਦੀ ਜਾਂਚ ਇੱਥੇ ਕਰ ਰਹੇ ਹੋ, ਗਿਣਤੀ ਵੀ ਕਰ ਰਹੇ ਹੋ, ਤੇ ਸਾਡੀ ਜਾਣਕਾਰੀ ਦੇ ਮੁਤਾਬਿਕ ਵੀ ਕਰੀਬ 70,000 ਜਿਹੜੀ ਹੈ ਉਹ 70,000 ਜਿਹੜੀ ਬੋਰੀ ਹੈ ਉਹ ਗਾਇਬ ਹੈ ਜਾਂ ਘੱਟ ਹੈ। ਨਹੀਂ, ਇਸ ਤਰ੍ਹਾਂ ਦਾ ਜੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈਗਾ। ਅਸੀਂ ਤਾਂ ਜੇ ਰਿਕਾਰਡ ਲੈ ਕੇ ਕਿੰਨੀ ਮਾਲ ਸਟੋਰ ਹੋਇਆ, ਕਿੰਨਾ ਡਿਸਪੈਚ ਹੋਇਆ, ਉਹਦੀ 30 ਕਿਲੋ ਕਿੰਨੇ ਹੈ, ਪਲੱਸ ਨਵੇਂ ਕਿੰਨੇ ਕ੍ਰੌਪ ਈਅਰ ਵਾਈਜ਼ ਰਿਕਾਰਡ ਲੈ ਕੇ ਉਹਦੀ ਕਾਊਂਟਿੰਗ ਕਰ ਰਹੇ ਹਾਂ। ਕਾਊਂਟਿੰਗ ਤੋਂ ਬਾਅਦ ਸਾਰਿਆਂ ਦਾ ਜਦੋਂ ਜੋ ਵੀ ਇਹ ਰਿਕਾਰਡ ਹੋਏਗਾ ਉਹ ਕਲੈਕਟ ਕਰਕੇ ਉਸ ਤੋਂ ਬਾਅਦ ਹੀ ਜਿਹੜੇ ਸਾਡੇ ਚੇਅਰਮੈਨ ਸਾਹਿਬ ਉਹ ਡਿਸੀਜਨ ਲੈਣਗੇ ਕੋਈ ਵਾਧ ਘਾਟ ਬਾਰੇ। ਅੱਛਾ, ਇਹ ਜਿਹੜੀ ਸਾਰੀ ਹੈ ਬੈਗਸ ਪਏ ਹੋਏ ਆ, ਇਹ ਜਿਹੜੀ ਉਹ ਸਰਕਾਰ ਗਰੀਬਾਂ ਵਾਸਤੇ ਦਿੰਦੀ ਹੈ ਆਟਾ ਦਾਲ ਸਕੀਮ ਦੇ ਤਹਿਤ ਉਹ ਹੈ, ਜਾਂ ਜਿਹੜੀ ਤੁਸੀਂ ਮੰਡੀਆਂ 'ਚੋਂ ਖਰੀਦ ਕਰਦੀ ਹੈ ਗਵਰਨਮੈਂਟ ਉਹ ਹੈ? ਹਾਂਜੀ ਹਾਂਜੀ, ਇਹ ਦੋਵੇਂ ਤਰ੍ਹਾਂ ਦੇ ਹੈਗੇ ਜੀ। ਆਟਾ ਦਾਲ ਸਕੀਮ ਦੇ ਵੀ ਬੈਗ ਹੈਗੇ ਇੱਥੇ ਤੇ ਦੂਜੇ ਸੈਂਟਰ ਪੂਲ ਦੇ ਬੈਗ ਹੁੰਦੇ ਉਹ ਵੀ ਇੱਥੇ ਹੈਗੇ ਜੀ। ਤੇ ਜਿਹੜੀਆਂ ਤੁਸੀਂ ਕੱਲ ਜਿਹੜੀ ਕੀਤੀ ਸੀ ਜਾਂਚ, ਉਹਦੀ ਕਾਊਂਟਿੰਗ ਚੱਲ ਰਹੀ ਹੈ ਕਿ ਕਾਊਂਟਿੰਗ ਹੋ ਗਈ? ਕਾਊਂਟਿੰਗ ਚੱਲ ਰਹੀ ਹੈ, ਟਾਈਮ ਲੱਗੇਗਾ ਸਰ। ਉਦੋਂ ਰਿਕਾਰਡ ਵੀ ਲੈਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਕਿੰਨਾ ਕਿਹੜੀ ਮੰਡੀ 'ਚੋਂ ਕੀ ਆਇਆ, ਤਾਂ ਉਸ ਰਿਕਾਰਡ ਤੋਂ ਬਾਅਦ ਸਾਰੀ। ਅੱਛਾ, ਟੋਟਲ ਕਿੰਨੇ ਅਧਿਕਾਰੀ ਆਏ ਹੋਏ ਹੈ? ਕਾਫੀ ਨੇ ਜੀ। ਹੁਣ ਸਾਨੂੰ ਤਾਂ ਆਪਣੀ ਟੀਮ ਦਾ ਪਤਾ ਜੀ, ਅਸੀਂ 4 ਜਣੇ ਇੱਥੇ ਹੈਗੇ ਤੇ ਬਾਕੀ ਟੀਮਸ ਦੇ ਦੂਜੇ ਐਫਐਸਓਸ ਦੇ ਨਾਲ ਨੇ ਸਾਰੇ। ਸਾਡੀ ਜਾਣਕਾਰੀ ਦੇ ਮੁਤਾਬਿਕ ਇੱਥੇ ਜਿਹੜਾ ਇੱਕ ਇੰਸਪੈਕਟਰ ਸੀਗਾ, ਸ਼ਾਇਦ ਜਗਦੇਵ ਸਿੰਘ ਉਹਦਾ ਨਾਮ ਸੀਗਾ, ਉਹ ਮਿਸਿੰਗ ਹੈ ਕਾਫੀ ਦੇਰ, ਪਿਛਲੇ 2-3 ਮਹੀਨਿਆਂ ਤੋਂ। ਤੇ ਇਹ ਸਵਾਲ ਤੁਸੀਂ ਜ਼ਿਲ੍ਹਾ ਪੱਧਰ ਜ਼ਿਲ੍ਹਾ ਕੰਟਰੋਲਰ ਜੀ ਤੋਂ ਕਰ ਸਕਦੇ ਹੋ ਬੈਟਰ ਹੈ, ਕਿਉਂਕਿ ਸਾਡੀ ਤਾਂ ਡਿਊਟੀ ਇੱਥੇ ਸਟਾਕ ਨੂੰ ਕਾਊਂਟ ਕਰਨ ਦੀ ਹੈ। ਉਹਦੇ ਸੰਬੰਧ ਵਿੱਚ ਜਿਹੜਾ ਲੋਕਲ ਸਟਾਫ ਹੈ ਤੁਹਾਨੂੰ ਉਹ ਜਾਣਕਾਰੀ ਦੇ ਸਕਦਾ ਜੀ। ਕਿ ਜੇ ਦੇਖੋ ਜਿਹੜੇ ਸਾਰੇ ਚੱਕੇ ਲੱਗੇ ਹੋਏ ਆ, ਸਾਰੀ ਅਨਾਜ ਦੀ ਬੋਰੀ ਪੂਰੀ ਇੱਕ ਬੈਗ ਦੀ ਕਾਊਂਟਿੰਗ ਕਾਊਂਟ ਹੋਊਗਾ, ਇੱਕ ਬੈਗ ਕਾਊਂਟ ਹੋਊਗਾ, ਨਾ ਵੱਧ ਨਾ ਘੱਟ, ਜਿੰਨਾ ਬੈਗ ਹੈ ਸਾਰਾ ਕਾਊਂਟ ਹੋਊਗਾ ਜੀ। ਕਦੋਂ ਤੱਕ ਐਕਸਪੈਕਟਡ ਹੈ ਤੁਸੀਂ ਆਪਣੀ ਇਹ ਜਾਂਚ ਜਿਹੜੀ ਕੰਪਲੀਟ ਕਰ ਲਓਗੇ? ਸਾਰੇ ਗੋਦਾਮਾਂ ਦੀ ਮੇਰੇ ਕੋਲ ਲੱਗਣਗੇ ਜੀ, 1-2 ਦਿਨ ਲੱਗ ਜਾਣਗੇ। ਅੱਛਾ, ਤੁਸੀਂ ਜੇ ਤੁਹਾਨੂੰ ਯਾਦ ਹੋਏਗਾ ਤੇ ਇੱਥੇ ਹੀ ਜੰਡਿਆਲੇ ਦੇ ਵਿੱਚ ਹੀ ਇੱਕ ਮਾਮਲਾ ਹੁੰਦਾ 2018 ਦੇ ਵਿੱਚ, ਵੀਰੂਮਲ ਮੁਲਕ ਰਾਜ ਦੇ ਅੰਦਰ ਪੈਡੀ ਲਵਾ ਦਿੱਤੀ ਜਾਂਦੀ ਹੈ। 400 ਕਰੋੜ ਰੁਪਏ ਦਾ ਕਰੀਬ ਕਪਲਾ ਸੀ। 32 ਕਰੋੜ ਰੁਪਏ ਦੀ ਜਿਹੜੀ ਹੈ ਪੈਡੀ ਉਸ ਆਪਣੇ ਇਹਦੀ ਫੂਡ ਸਪਲਾਈ ਦੀ ਵੀ ਗਈ ਸੀ। ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੈ ਕੋਈ? ਮੈਨੂੰ ਉਹਦੇ ਬਾਰੇ ਜਾਣਕਾਰੀ, ਮੈਂ ਉਦੋਂ ਨਹੀਂ ਆਇਆ ਸੀ ਇੱਥੇ ਚੈਕਿੰਗ ਕਰ, ਤੇ ਉਸ ਹੋਰ ਆਫਿਸਰਸ ਆਏ ਸੀ, ਉਹਨਾਂ ਨੂੰ ਜਾਣਕਾਰੀ ਹੋਈ। ਇੰਨੀ ਜਾਣਕਾਰੀ ਤੇ ਹੋਏਗੀ ਨਾ ਜੀ। ਉਸ ਮਾਮਲੇ 'ਚ ਕਾਫੀ ਲੋਕ ਸਸਪੈਂਡ ਕੀਤੇ ਗਏ ਸੀ। ਇੱਥੇ ਜ਼ਿਲ੍ਹਾ ਕੰਟਰੋਲਰ ਸੀਗੇ AP ਸਿੰਘ, ਉਹ ਸਸਪੈਂਡ ਹੋਏ ਸੀਗੇ। ਮਿਸਟਰ ਬਾਟ ਸੀਗੇ, ਉਹ ਸਸਪੈਂਡ ਹੋਏ ਸੀਗੇ। AFSO ਸੀ, ਉਹ ਸਸਪੈਂਡ ਹੋਏ। ਕੋਈ ਇੰਸਪੈਕਟਰ ਵੀ ਸਸਪੈਂਡ ਹੋਏ ਸੀਗੇ। ਨਹੀਂ, ਮੈਨੂੰ ਅਖਬਾਰਾਂ ਤੋਂ ਜਿੰਨੀ ਜਾਣਕਾਰੀ ਮਿਲੀ ਉਨੀ ਜਾਣਕਾਰੀ। ਇਹ ਤਾਂ ਜਾਣਕਾਰੀ ਹੈ ਨਾ ਜੀ ਵੀ ਉਦੋਂ ਸਸਪੈਂਡ ਹੋਏ ਸੀ ਲੋग। अखबारों तो जो जानकारी ਤੁਹਾਡੇ मीडिया नहीं मिलती, बाकी मैंने कोई जानकारी पर्सनल लेवल पे नहीं है। देखिए, इनका कहना है कि अभी हमारी तरफ से चेकिंग की जा रही है। यहाँ पर जो AFSO हैं अर्शदीप सिंह, उनसे भी बात करते हैं। साढ़े नाल ने AFSO अर्शदीप सिंह। अर्शदीप जी, इस जंडियाले 'ਚ ਕਾਫੀ ਕਹਿੰਦੇ ਘਪਲਾ ਪਾਇਆ ਗਿਆ। ਕਰੀਬ ਹੁਣੇ ਮੈਨੂੰ ਇੱਕ ਫੋਨ ਆਇਆ, ਉਹਨਾਂ ਦਾ ਕਹਿਣਾ ਕਿ ਇੱਥੇ 1 ਲੱਖ ਜਿਹੜੀ ਹੈ ਜਿਹੜੀ ਕੁਇੰਟਲ ਜਿਹੜੀ ਬੋਰੀ ਹੈ ਉਹ ਗਾਇਬ ਹੈ। ਇੱਥੇ ਮੈਂ ਭੰਡਾਰੀ ਸਾਹਿਬ ਬੇਨਤੀ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਜਿਹੜਾ ਕੰਸਰਨਡ ਇੰਸਪੈਕਟਰ ਹੈ 8 ਗੋਦਾਮਾਂ ਦੇ ਉੱਤੇ ਤੈਨਾਤ, ਉਹ ਸਿੰਸ ਲਾਸਟ ਸੈਟਰਡੇ ਜਿਹੜਾ ਉਹ ਟਰੇਸ ਨਹੀਂ ਹੋ ਰਿਹਾ। ਉਹਦਾ WhatsApp ਵਗੈਰਾ ਬੰਦ ਸੀ, ਉਹਦੇ ਫੋਨ ਕਾਲਸ ਬੰਦ ਸੀਗੇ। ਇਨ ਬਿਟਵੀਨ ਕਣਕ ਦੀਆਂ ਮੂਵਮੈਂਟਸ ਵੀ ਅਜੇ ਹੋਣ ਵਾਲੀਆਂ ਸੀ, ਸੋ ਉਹਦਾ ਟਰੇਸ ਹੋਣਾ ਬੜਾ ਜ਼ਰੂਰੀ ਸੀ। ਜਦੋਂ ਮੂਵਮੈਂਟਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਹੜੀਆਂ ਚਾਬੀਆਂ ਅਤੇ ਗੇਟ ਪਾਸ ਵਗੈਰਾ ਨੇ ਉਹ ਸਾਰੇ ਉਹਨੇ ਆਪਣੇ ਕੋਲ ਰੱਖੇ ਹੋਏ, ਔਰ ਰੱਖਣੇ ਵੀ ਬਣਦੇ ਐਜ਼ ਅ ਕਸਟੋਡੀਅਨ। ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ, ਬਟ ਜਦੋਂ ਤੱਕ ਉਹਨੇ ਵਾਪਸੀ ਨਹੀਂ ਸੀ ਹੋਣੀ ਉਦੋਂ ਤੱਕ ਮੈਂ ਮੂਵਮੈਂਟ ਕਿੱਦਾਂ ਕਰਾਉਂਦੇ। ਮੂਵਮੈਂਟ ਕਰਾਉਣ ਵਾਸਤੇ
ਤੇ ਇਹ ਲੋੜ ਪਈ ਇਨਫੋਰਮ ਵੀ ਕੀਤਾ ਡੀਐਫਐਸਸੀ ਸਾਹਿਬ ਨੂੰ ਕਿ ਉਹ ਲਾਪਤਾ ਹੈ ਜੀ, ਬਿਨਾਂ ਕਿਸੇ ਸੂਚਨਾ ਦੇ। ਕੋਈ ਛੁੱਟੀ ਮੇਰੇ ਕੋਲ ਨਹੀਂ ਉਹਨੇ ਰੈਫਰ ਕਰਾਈ ਜਾਂ ਫਾਰਵਰਡ ਕਰਵਾਈ। ਸੇਮ ਹੀ ਕੰਡੀਸ਼ਨ ਸਰਕਲ ਦਫ਼ਤਰ ਸੀਗੀ ਵੀ ਕੋਈ ਛੁੱਟੀ ਨਹੀਂ ਸੀ ਪਹੁੰਚੀ, ਤੇ ਉਹਨੂੰ ਲੈ ਕੇ ਡੀਐਫਐਸਸੀ ਸਾਹਿਬ ਨੇ ਆਪਣੇ ਕੋਲ ਇਹ ਸਾਰਾ ਮਾਮਲਾ ਲੈਂਦੇ ਹੋਏ ਅੱਗੋਂ ਸਟਾਰਟ ਕਰਵਾਇਆ ਜੀ ਸਾਰਾ ਕੰਮ। ਤੇ ਕੱਲ ਸੀਬੀਸੀ ਟੀਮ ਆਈ ਹੈ, ਆਈ ਐਮ ਵਿਦ ਦੈਮ ਸਿੰਸ ਯੈਸਟਰਡੇ, ਕਿ ਹਰੇਕ ਚੀਜ਼ ਦੇ ਨਾਲ ਆ ਕਿ ਚਲੋ ਕਿਸੇ ਤਰ੍ਹਾਂ ਸਰਕਾਰ ਦਾ ਕੋਈ ਨੁਕਸਾਨ ਨਾ ਹੋਵੇ, ਜਾਂ ਜੇ ਕੋਈ ਨੁਕਸਾਨ ਉਹ ਕਰਕੇ ਗਿਆ ਤੇ ਉਹ ਸਾਹਮਣੇ ਆ ਜਾਵੇ। ਤੇ ਇਹਨਾਂ ਦੀ ਟੀਮ ਦੀ ਇਨੀਸ਼ੀਅਲ ਤੋਂ ਪਤਾ ਲੱਗਾ ਹੈ ਕਿ ਕੁਛ ਨਾ ਕੁਛ ਘਾਟ ਹੈਗੀ ਹੈ, ਬਟ ਜਿਸ ਤਰ੍ਹਾਂ ਤੁਹਾਨੂੰ ਮੈਂ ਬੇਨਤੀ ਕੀਤੀ ਹੈ ਕਿ ਇਹ ਰਿਕਾਰਡ ਸਾਰਾ ਆਪਣੇ ਨਾਲ ਲੈ ਗਿਆ। ਸੋ ਇਹਦੀ ਜੋ ਵੀ ਇਹਨਾਂ ਦੀ ਗਿਣਤੀ ਹੈ ਉਹਦਾ ਮਿਲਾਨ ਉਦੋਂ ਹੀ ਪੋਸੀਬਲ ਹੈ ਜਦੋਂ ਇਹ ਰਿਕਾਰਡ ਦੇਣਗੇ। ਅੱਛਾ, ਕੀ ਨਾਮ ਹੈ ਇੰਸਪੈਕਟਰ ਦਾ ਤੇ ਕਿਆ ਨਾਮ ਹੈ ਜਿਹਦਾ? ਜਸਦੇਵ ਸਿੰਘ। ਤੇ ਅਰਸ਼ਦੀਪ ਜੀ, ਕਿਆ ਉਹ ਜਿਹੜਾ ਆਪਣੇ ਕੋਲ ਰਿਕਾਰਡ ਲੈ ਸਕਦਾ, ਕਿਉਂਕਿ ਸਰਕਾਰੀ ਰਿਕਾਰਡ ਹੈ, ਉਹ ਕਿਸ ਤਰ੍ਹਾਂ ਕਰ ਲੈ ਕੇ ਜਾ ਸਕਦਾ? ਐਜ਼ ਅ ਕਸਟੋਡੀਅਨ ਇੰਸਪੈਕਟਰ ਰਿਕਾਰਡ ਤੇ ਫਸਟ ਜਿਹੜਾ ਹੱਕ ਹੈ ਉਹਦਾ ਹੀ ਹੈ, ਬਟ ਉਹ ਰਿਕਾਰਡ ਆਪਣੇ ਨਿੱਜੀ ਕਬਜ਼ੇ ਦੇ ਵਿੱਚ ਰੱਖਣਾ ਦੈਟ ਇਜ਼ ਨਾਟ ਗੁੱਡ। ਹਾਂ, ਸਰਕਾਰੀ ਗਡਾਊਨ 'ਚ ਸੀਗਾ, ਸਰਕਾਰੀ ਦਫ਼ਤਰ 'ਚ। ਹੁਣ ਜਾ ਕੇ ਵੇਖਿਆ ਜਾਵੇ ਗਡਾਊਨਾਂ ਦੀਆਂ ਅਲਮਾਰੀਆਂ ਖਾਲੀ ਪਈਆਂ ਨੇ, ਦਫ਼ਤਰ ਦੀਆਂ ਅਲਮਾਰੀਆਂ ਖਾਲੀ ਪਈਆਂ ਨੇ। ਮਤਲਬ ਕਣਕ ਆਉਣ ਦਾ ਜਾਣ ਦਾ ਕੋਈ ਹਿਸਾਬ ਹੀ ਨਾ ਲਾ ਸਕੀਏ ਤੇ ਕਿੱਥੋਂ ਦੱਸ ਸਕੀਏ ਘੱਟ ਵੱਧ। ਉਹ ਦੱਸਿਆ ਮੈਂ ਆਪਣੀ ਟੈਨਿਓਰ ਦੌਰਾਨ ਵੀ ਬਹੁਤ ਵਾਰੀ ਉਹਦੇ ਕੋਲ ਰਿਕਾਰਡ ਦੀ ਮੰਗ ਕੀਤੀ ਗਈ ਹੈ, ਜਿਹੜਾ ਉਹਨੇ ਰਿਕਾਰਡ ਦਿਖਾਉਣ ਤੋਂ ਹਮੇਸ਼ਾ ਟਾਲ ਮਟੋਲ ਕਰਦਾ ਰਹਿੰਦਾ ਰਿਹਾ। ਚਲੋ ਇਹਨਾਂ ਗੁੱਡ ਫੇਥ ਜਿਹੜੀ ਆ ਉਹ ਕੰਮ ਚੱਲਦੇ ਨੇ, ਕਾਫੀ ਚੱਲਦੇ ਨੇ, ਤੇ ਉਹਦੇ ਕੋਲ ਕਾਫੀ ਵਾਰੀ ਰਿਕਾਰਡ ਮੰਗਿਆ ਗਿਆ, ਨਹੀਂ ਵੀ ਰਿਟਰਨ ਵੀ ਮੰਗਿਆ। ਰਿਟਰਨ ਲੈਟਰਸ ਮੇਰੀਆਂ ਅਵੇਲੇਬਲ ਨੇ ਆਫਿਸ ਦੇ ਵਿੱਚ, ਬਟ ਉਹਨੇ ਕਦੀ ਰਿਕਾਰਡ ਦਿਖਾਇਆ ਨਹੀਂ। ਇਸੇ ਕਰਕੇ ਮੈਂ ਕਦੀ ਕੋਈ ਪੀਵੀ ਪਲਾਨ ਨਹੀਂ ਸੀ ਕਰ ਪਾਇਆ ਪ੍ਰੋਪਰਲੀ, ਕਿ ਆਣ ਕੇ ਮੈਂ ਵੇਖਦਾ ਵੀ ਕੀ ਵੀ ਜਦੋਂ ਮੈਨੂੰ ਆਉਣ ਜਾਣ ਦਾ ਹੀ ਕੁਛ ਨਹੀਂ ਪਤਾ। ਤੇ ਫਿਰ ਵੀ ਬਾਕੀ ਜੋ ਕੁਝ ਟੀਮਾਂ ਕੱਢਣਗੀਆਂ, ਜੋ ਕੁਝ ਸਾਹਮਣੇ ਆਏਗਾ ਉਹਦੇ ਨਾਲ ਹੀ। ਇਹ ਜਿਹੜਾ ਜਸਦੇਵ ਸਿੰਘ ਹੈ, ਇਹ ਕਦੋਂ ਦਾ ਇੱਥੇ ਇਸ ਜੰਡਿਆਲੇ 'ਚ ਤੈਨਾਤ ਹੈ ਜੀ? 3 ਸਾਲ ਦੇ ਕਰੀਬ ਹੋ ਗਏ ਜੀ। ਤੇ ਇਹਨੇ ਕਦੀ ਵੀ 3 ਸਾਲ ਦੇ ਵਿੱਚ ਤੁਹਾਨੂੰ ਪਰਸਨਲ ਵੈਰੀਫਿਕੇਸ਼ਨ ਜਾਂ ਕੋਈ ਰਿਕਾਰਡ ਨਹੀਂ ਸੌਂਪਿਆ? ਮੈਨੂੰ ਆਏ ਨੂੰ ਸਵਾ ਕੁ ਸਾਲ ਹੀ ਹੋਇਆ। ਇੱਕ ਸਵਾ ਸਾਲ ਦੇ ਵਿੱਚ ਤੁਹਾਨੂੰ ਇਹਨੇ ਕਦੀ ਰਿਕਾਰਡ ਦਿੱਤਾ ਨਹੀਂ? ਕਈ ਵਾਰੀ ਤੁਸੀਂ ਮੰਗਿਆ? ਪਹਿਲਾਂ ਚੱਲਦਾ ਰਿਹਾ ਇਹ ਆਪਣਾ ਰਿਕਾਰਡ ਵੇਲੇ ਕੋਲੇ ਆਉਂਦੇ ਵੀ ਰਹੇ ਆ, ਝਾਤੀ ਵੀ ਮਾਰਦੇ ਰਹੇ ਆ। ਅੱਜ ਵੀ ਗਡਾਊਨ ਦੇ ਵਿੱਚ ਕਣਕ ਲੱਗੀ ਹੈ, ਪਰ ਜਿਹਨੂੰ ਕਹਿੰਦੇ ਆ ਅਪ ਟੂ ਡੇਟ ਜਿਹੜਾ ਮਿਲਾਨ ਹੋਣਾ ਉਹ ਉਦੋਂ ਹੀ ਪੋਸੀਬਲ ਹੈ ਜਦੋਂ ਇੰਸਪੈਕਟਰ ਕਸਟੋਡੀਅਨ ਰਿਕਾਰਡ ਦੇਵੇ, ਕਿਉਂਕਿ ਸਾਈਮਲਟੇਨੀਅਸਲੀ ਕਣਕ ਦੀਆਂ ਮੂਵਮੈਂਟਸ ਚੱਲਦੀਆਂ ਰਹਿੰਦੀਆਂ ਨੇ। ਸੋ ਇਟ ਇਜ਼ ਨਾਟ ਪੋਸੀਬਲ ਟੂ ਟੇਕ ਕੇਅਰ ਔਨ ਦਾ ਡੇਲੀ ਬੇਸਿਸ। ਕੋਈ ਨਾ ਕੋਈ ਵਿੱਚ ਵਕਫੇ ਦੇ ਵਿੱਚ ਹੀ ਫਰਕ ਪੈਂਦਾ, 15-20 ਦਿਨ ਹੀ ਵੇਖਣੇ ਪੈਂਦੇ ਨੇ ਸਟਾਕਸ। ਤੇ ਅੱਜ ਕੱਲ੍ਹ ਤੇ ਦੇਖੋ ਅਰਜੀ ਸਾਰਾ ਕੰਮ ਜਿਹੜਾ ਕੰਪਿਊਟਰਾਈਜ਼ਡ ਹੁੰਦਾ ਹੈ, ਕਿਆ ਡੇਲੀ ਬੇਸਿਸ ਤੇ ਇਹ ਕੰਪਿਊਟਰ ਤੇ ਨਹੀਂ ਸੀ ਚੜ੍ਹਦੀਆਂ? ਇਹ ਕੰਪਿਊਟਰ ਤੇ ਨਹੀਂ ਚੜ੍ਹਦੇ ਜੀ। ਇਹਦੇ ਮੰਥਲੀ ਜਿਹੜੀਆਂ ਰਿਪੋਰਟਸ ਆ ਉਹ ਆਫਿਸ ਹੀ ਜਾਂਦੀਆਂ ਨੇ। ਉਹ ਵੀ ਉਹ 31/7 ਦੀ ਰਿਪੋਰਟ ਨਹੀਂ ਦੇ ਕੇ ਗਿਆ, ਇਸ ਕਰਕੇ ਉਹਦੀ ਜੁਲਾਈ ਮਹੀਨੇ ਦੀ ਵੀ ਮੂਵਮੈਂਟ ਜਿਹੜੀ ਪਤਾ ਨਹੀਂ ਲੱਗ ਪਈ ਜੀ। ਅਰਜੀ ਜਿਹੜੀਆਂ ਸਾਰੀਆਂ ਤੁਹਾਡੇ ਅਕੋਰਡਿੰਗ ਟੂ ਮਤਲਬ ਕਿੰਨੀਆਂ ਕਿੱਥੇ 8 ਗੋਦਾਮਾਂ 'ਚ ਕਿੰਨਾ ਕੁ ਅਨਾਜ ਪਿਆ ਹੋਣਾ ਹੈ, ਤੇ ਇਹ ਕਿੱਥੋਂ ਖਰੀਦਿਆ ਗਿਆ ਜਿਹੜਾ ਇੱਥੇ ਅਨਾਜ ਪਿਆ ਹੋਇਆ, ਤੇ ਇਹ ਜਾਣਾ ਕਿੱਥੇ ਸੀ ਫਿਰ? ਇਹ ਅਨਾਜ ਅਲੱਗ-ਅਲੱਗ ਕੈਟੇਗਰੀ ਅਧੀਨ ਖਰੀਦਿਆ ਜੀ। ਇਹ ਅਨਾਜ ਜੰਡਿਆਲਾ ਮੰਡੀ ਤੋਂ ਹੀ ਜੰਡਿਆਲੇ ਦੇ ਵਿੱਚ ਲੱਗਾ, ਹੋਰਨਾਂ ਮੰਡੀਆਂ ਤੋਂ ਵੀ ਥੋੜ੍ਹਾ ਆਇਆ ਹੋਏਗਾ, ਬਟ ਐਟਲੀਸਟ ਜੰਡਿਆਲੇ ਮੰਡੀ ਦਾ ਜੰਡਿਆਲੇ 'ਚ ਲੱਗਾ। ਕੁਛ 30 ਕਿਲੋ ਦਾ, ਕੁਛ 50 ਕਿਲੋ ਦਾ। 50 ਕਿਲੋ ਜਿਹੜਾ ਉਹ FCI ਦੀ ਪ੍ਰਾਪਰਟੀ ਹੁੰਦੀ ਹੈ, ਟਾਈਮ ਟੂ ਟਾਈਮ ਉਹ ਸਾਨੂੰ ਐਲੋਕੇਟ ਕਰਦੇ ਆ ਜਿੱਥੇ ਜਿੱਥੇ ਉਹਨਾਂ ਨੇ ਭੇਜਣਾ ਹੋਵੇ। ਜਿਹੜਾ 30 ਕਿਲੋ ਆ ਉਹ ਐਜ਼ ਸਾਡਾ NADS ਆਟਾ ਦਾਲ ਸਕੀਮ, ਜਿਹੜੀ ਸਮਾਰਟ ਕਾਰਡ ਰਾਸ਼ਨ ਕਾਰਡ ਸਕੀਮ ਦੇ ਵਿੱਚ ਜਾਂਦਾ, ਜਿਹੜੀ 30 ਕਿਲੋ ਦੀ ਪੈਕਿੰਗ ਹੈ ਜੀ। ਜਿਹੜੀ ਇਹ 50 ਕਿਲੋ ਦੀ ਪੈਕਿੰਗ ਹੈ, FCI ਵੱਲੋਂ ਪੇਮੈਂਟ ਕੀਤੀ ਜਾਂਦੀ ਹੈ ਜਿਹੜੀ ਖਰੀਦ ਆੜ੍ਹਤੀ ਕੋ ਜਿੱਥੋਂ ਵੀ ਖਰੀਦੀ ਜਾਂਦੀ? ਨਹੀਂ ਜੀ, ਇਹ ਹੈ ਪਨਗਰਿੰਨ ਦੇ ਖਾਤੇ 'ਚ ਹੀ ਹੈ, ਬਟ ਇਹ ਹੈ ਵੀ ਇਹਦਾ ਜਿਹੜਾ ਅਲਟੀਮੇਟਲੀ ਇਹਦਾ ਡਿਸਪੈਚ ਜਿਹੜਾ FCI ਨੂੰ ਹੀ ਹੋਣਾ ਹੁੰਦਾ। ਤੇ ਅਰਸ਼ਦੀਪ ਜੀ 8 ਗੋਦਾਮ ਕਿੱਥੇ ਕਰਕੇ ਨੇ? ਕਿੱਥੇ ਇਹ ਤੇ ਇੱਕ ਮਾਨਾ ਵਾਲੇ ਗੋਦਾਮ ਹੈ, ਬਾਕੀ ਜਿਹੜੇ 7 ਨੇ ਉਹ ਕਿੱਥੇ ਨੇ? ਕਿ ਗੈਰੀ ਰੋਡ ਤੇ ਨੇ ਜੀ 4, 2 ਧੀरेकोट रोड पे ने। चलो मैं देखिए, ये हैं अर्शदीप इंस्पेक्टर AFSO। इनका कहना है कि कई बार उससे रिकॉर्ड मांगा गया, जो यहाँ पर इंस्पेक्टर तैनात था, बार बार उससे जो है उसके साथ पत्राचार भी किया जाता है, लेकिन वो रिकॉर्ड नहीं देता है। अब वो पिछले कुछ दिनों से गायब है, ना उसने किसी डिपार्टमेंट को सूचना दी है, ना किसी अधिकारी से बात की है। अब ये अपने हिसाब से पहले तो यहाँ पर चेकिंग होगी, पर्सनल वेरिफिकेशन के लिए टीमें आई हुई हैं, उसके बाद अगर वो मिलता है तो रिकॉर्ड मिलाया जाएगा। वैसे इनके कहने के अनुसार काफ़ी जो है अनाज गायब है, लेकिन कितना गायब है ये सारी कंपाइलिंग रिपोर्ट के बाद ही पता चलेगा। अब हम आपको ले जाएंगे और दूसरे गोदामों में भी और बात करेंगे दूसरे अधिकारियों के साथ भी, उनका क्या कहना है। देखिए, अब हम पहुँचे हैं गैरी मंडी में, जहाँ पर ये गोडाउन है अजय पाल सिंह ढिल्लों, गोडाउन नंबर 2। यहाँ पर भी फूड एंड सप्लाई विभाग की टीम जो है जांच कर रही है। हमारी जानकारी के मुताबिक 70,000 से 90,000 की जो है गेहूं की बोरियां हैं वो गायब हैं। अगर हम इसको क्विंटलों में बात करें तो करीब 50,000 से 60,000 क्विंटल जो अनाज गायब पाया गया है। हालांकि अभी तक इस पर कोई खुलकर बोलने को तैयार नहीं है, लेकिन आला अधिकारियों तक मामला जा पहुंचा है कि किस तरह यहाँ पर घपलेबाजी हो रही थी। शायद उस इंस्पेक्टर को भनक लग गई थी, इसलिए वह चला गया। और जो AFSO हैं यहाँ पर अर्शदीप सिंह, उनकी ओर से बार बार लिखा गया कि उन्हें ऐसा शक है कि यहाँ पर जो है मोटे
मोटे स्तर पर धांधली हो रही है। अगर हम इसकी मार्केट वैल्यू लगाएं तो ये करीब करीब 10 करोड़ रुपए बनती है। ये एक इंस्पेक्टर का काम नहीं हो सकता, क्या पैसा ऊपर तक जाता था, ये जांच का विषय। हम आपको ये भी बता दें कि फूड एंड सप्लाई विभाग पहले भी जो है विवादों में रहा है। जब वीरूमल मुल्क राज के यहाँ पर छापामारी हुई थी तो जब उसको रिपोर्ट मांगी गई थी तो रिपोर्ट में ये सब स्पष्ट कहा गया था कि इनके यहाँ अब जो है पैडी धान ना उतरवाया जाए क्योंकि ये डिफ़ाल्टर हो चुके हैं। इसके बावजूद कुछ अधिकारियों ने उस रिपोर्ट की अनदेखी की और वीरूमल मुल्क राज के यहाँ पर धान यानी कि जो चावल होते हैं वो वहाँ पर लगा दिए और उसने उसी जो धान था दिखाकर बैंक से लिमिट ली और करोड़ों रुपए, ऐसा कहा जाता है कि 400 करोड़ रुपए वो लेकर गायब हो गया। हम आपको ये भी बता दें कि सांसद गुरजीत सिंह औजला की ओर से भी ये मामला प्रमुखता से उठाया गया था। हाल ही में एक मीटिंग होती है, जो कैबिनेट मंत्री मेडिकल सच एंड एजुकेशन विभाग के जो मंत्री हैं ओम प्रकाश सोनी, उनकी ओर से ये मीटिंग में स्पष्ट कहा गया था, जो ग्रीवेंसेस कमेटी की मीटिंग थी, कि सरकार की ओर से गरीबों के लिए जो अनाज भेजा जाता है उस अनाज में भारी धांधली हो रही है। ऐसा इससे स्पष्ट जाहिर है कि सरकार को कहीं ना कहीं अंदेशा था कि मोटे स्तर पर फूड एंड सप्लाई विभाग के कुछ अधिकारी पैसा जो है अनाज को खुर्द बुर्द करके पैसा खा रहे हैं। हम आपको अंदर ले चलेंगे, ये जहाँ पर ये देखिए अनाज की बोरियों की गिनती हो रही है। देखिए आप देख सकते हैं ये टीम के सदस्य यहाँ पर पहुँचे हुए हैं जो यहाँ पर 2 दिनों से लगातार जो है जांच कर रहे हैं। अब हम आपको ये भी बताएंगे कि किस तरह से ये पहले तो धांधली सामने आती नहीं है, फिर अगर धांधली सामने आती है तो फिर मिल बांट कर खाने वाले एक दूसरे को बचाने की कोशिशें शुरू कर देते हैं। अब हो सकता है कि इस बार भी इसी तरह की कोई हो, लेकिन हम आपको ये बता दें कि जब वीरूमल मुल्क राज का जब मामला हुआ था तो कई गोदामों की जांच हुई थी, तो भारी मात्रा में जो धान के जो वैगन थे वहीं गायब पाए गए थे। यानी कि सांप निकलने के बाद विभाग जो है वो लकीर पीटने लग गया था। ये अब बहुत बड़ी जांच का विषय है। हमारी मुख्यमंत्री कैप्टन अमरिंदर सिंह से मांग है कि इस पर जो भी लोग इसमें शामिल हैं उन्हें सस्पेंड करने से कुछ नहीं बनेगा, क्योंकि सस्पेंशन कोई सज़ा नहीं होती, उनको डिसमिस किया जाना चाहिए। अब हमें उम्मीद है, क्योंकि जो इस समय चेयरमैन हैं विजिलेंस कमेटी के डॉक्टर राकेश सिंगला ईमानदार अधिकारी हैं और हमें उम्मीद है कि इस बार दूध का दूध और पानी का पानी सामने आएगा। अगर हमारी जानकारी ये भी है कि ज़िले में करीब 45 जो हैं इंस्पेक्टर काम कर रहे हैं। अब एक इंस्पेक्टर इतनी बड़ी अगर 10 करोड़ रुपए की धांधली करके भाग गया, अगर बाकी गोदामों की जांच की जाए और अगर पूरे पंजाब में इसकी जांच की जाए तो अरबों रुपए का घोटाला सामने आ सकता है। हम आपको ले चलेंगे अंदर भी जहां पर ये चेकिंग हो रही है। आप देख सकते हैं कि फूड एंड सप्लाई विभाग की जो विजिलेंस की टीम के जो अधिकारी आए हुए हैं ये जाँच कर रहे हैं, एक एक जो है अनाज की बोरी को गिना जा रहा है। हमारे साथ हैं जो फूड एंड सप्लाई विभाग के एएफएसओ जो टीम को लीड कर रहे हैं, उनसे बात करते हैं कि आखिर उनका क्या कहना है। सर ਤੁਹਾਡਾ ਨਾਮ ਕੀ ਹੈ? ਗੁਰਲਾਲ ਸਿੰਘ। ਤੁਸੀਂ ਵਿਜੀਲੈਂਸ ਦੀ ਟੀਮ 'ਚ ਤੁਸੀਂ ਆਏ ਹੋ? ਜੀ ਜੀ। ਤੇ ਤੁਸੀਂ ਕੱਲ੍ਹ ਦੇ ਆਏ ਹੋਏ ਹੋ ਹਾਂਜੀ। ਤੇ ਤੁਸੀਂ ਕਿੰਨੇ ਗਡਾਊਨ ਚੈੱਕ ਕੀਤੇ? ਹਜੇ ਇੱਕ ਗਰਾਊਂਡ ਚੈੱਕ ਕੀਤਾ ਸੀ, ਆ ਦੂਸਰਾ ਕਰਨ ਲੱਗੇ ਹਾਂ ਜੀ। ਤੇ ਕਿੰਨੀ ਤੁਹਾਨੂੰ ਲੱਗਿਆ ਕਿ ਕਿੰਨੀ ਸ਼ਾਰਟੇਜ ਹੈ ਉੱਥੇ? ਸ਼ਾਰਟੇਜ ਦੇਖੋ, ਜਿੰਨਾ ਚਿਰ ਸਾਰੀ ਪੀਵੀ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਐਕਚੁਅਲ ਸ਼ਾਰਟੇਜ ਦਾ ਪਤਾ ਨਹੀਂ ਲੱਗ ਸਕਦਾ, ਕਿਉਂਕਿ ਹਜੇ ਬੁੱਕ ਬੈਲੈਂਸ ਲਏ ਹੋਏ ਨੇ ਇਹਨਾਂ ਦੇ, ਗਿਣਤੀ ਜਾਰੀ ਹੈ। ਕਿਉਂਕਿ ਸਟਾਕ ਤੁਸੀਂ ਦੇਖ ਰਹੇ ਹੋ ਇੱਥੇ ਢਕਿਆ ਹੋਇਆ ਸੀ ਸਾਰਾ, ਇਹ ਫੂਮੀਗੇਸ਼ਨ ਹੋਈ ਵੀ ਸੀ, ਇਹਨੂੰ ਡੀਗੈਸ ਕਰਾ ਕੇ ਹੁਣ ਇਹਦੀ ਅਸੀਂ ਗਿਣਤੀ ਸ਼ੁਰੂ ਕੀਤੀ ਹੈ। ਜਿਹੜੀ ਇਹਦੀ ਸਹੀ ਗਿਣਤੀ ਹੈ ਜਦੋਂ ਸਾਰੀ ਮੁਕੰਮਲ ਹੋ ਜਾਊਗੀ ਉਸ ਤੋਂ ਬਾਅਦ ਇਹਦੀ ਸਹੀ ਘਾਟ ਦਾ ਪਤਾ ਲੱਗੇਗਾ ਜੀ। ਤੇ ਜੇ ਗੁਰਲਾਲ ਜੀ ਅਸੀਂ ਟੈਂਟੇਟਿਵਲੀ ਗੱਲ ਕਰੀਏ ਵੀ ਸ਼ਾਰਟੇਜ ਹੈ? ਸ਼ਾਰਟੇਜ ਹੈ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਜੋ ਰਿਕਾਰਡ ਦੇ ਮੁਤਾਬਕ ਦਿਸ ਰਿਹਾ, ਇੱਕ ਤਾਂ ਪੀਪੀ ਬੈਗ ਜੂਟ ਬੈਗ ਦਾ ਡਿਫਰੈਂਸ ਆ ਰਿਹਾ ਹੈਗਾ, ਤੇ ਇਸ ਤਰ੍ਹਾਂ ਕਰਕੇ ਜਦੋਂ ਸਹੀ ਤਾਂ ਇਹਦੀ ਜਿਹੜੀ ਗਿਣਤੀ ਹੈਗੀ ਉਦੋਂ ਪਤਾ ਲੱਗਣੀ ਹੈ, ਵੀ ਜਦੋਂ ਸਾਰੀ ਮੁਕੰਮਲ ਹੋ ਜਾਏਗੀ ਨਾ ਫਿਰ ਪਤਾ ਲੱਗੇਗਾ। ਅੱਛਾ, ਸਾਨੂੰ ਜੋ ਜਾਣਕਾਰੀ ਇਨਫੋਰਮੇਸ਼ਨ ਡਿਪਾਰਟਮੈਂਟ 'ਚੋਂ ਮਿਲ ਰਹੀ ਹੈ, ਸਾਨੂੰ ਇਹ ਕਿਹਾ ਜਾ ਰਿਹਾ ਵੀ 70,000 ਤੋਂ 90,000 ਬੈਗ ਜਿਹੜੇ ਸ਼ਾਰਟ ਨੇ। ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ, ਇਹਦੀ ਜਿਹੜੀ ਸਾਰੀ ਪੋਜੀਸ਼ਨ ਆ ਜਦੋਂ ਮੁਕੰਮਲ ਹੋ ਗਈ ਆ, 3 ਗੋਦਾਮ ਸਾਡੇ ਰਹਿ ਗਏ ਨੇ, ਜਦੋਂ ਮੁਕੰਮਲ ਹੋ ਗਏ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਜਾਣੀ ਹੈ। ਤੇ ਤੁਸੀਂ ਕਦੋਂ ਤੱਕ ਇਹ ਸਾਰੀ ਕੰਪਾਈਲ ਕਰ ਲੋਗੇ ਰਿਪੋਰਟ ਆਪਣੀ? ਇਹ ਦੇਖੋ ਕੱਲ੍ਹ ਸ਼ਾਮ ਤੱਕ ਹੋਣ ਦੀ ਸੰਭਾਵਨਾ ਜੀ, ਕੱਲ੍ਹ ਸ਼ਾਮ ਤੱਕ ਕਰ ਲਾਂਗੇ। ਅੱਛਾ, ਇੱਕ ਹੋਰ ਥੋੜ੍ਹਾ ਦੱਸਣਾ, ਇਹ ਜਿਹੜੀ ਸ਼ਾਰਟੇਜ ਹੈ ਇਹ ਜ਼ਿਆਦਾ ਉਹ ਸ਼ਾਰਟ ਹੈ ਜਿਹੜੀ ਸਰਕਾਰ ਗਰੀਬਾਂ ਵਾਸਤੇ ਭੇਜਦੀ ਹੈ ਅਨਾਜ, ਜਾਂ ਉਹ ਸ਼ਾਰਟ ਹੈ ਜਿਹੜਾ ਖਰੀਦਿਆ ਜਾਂਦਾ ਜੀ ਮੰਡੀਆਂ 'ਚੋਂ? ਇਹ ਦੋਨੇ ਤਰ੍ਹਾਂ ਦੀ ਸ਼ਾਰਟੇਜ ਹੈ ਜੀ। ਉਹ 30 ਕਿਲੋ ਦੀ ਭਰਤੀ 'ਚ ਹੁੰਦੀ ਹੈ, ਇਹ ਦੂਸਰਾ 50 ਕਿਲੋ ਦੀ ਭਰਤੀ 'ਚ ਹੈ, ਇਹ ਦੋਨਾਂ 'ਚ ਹੀ ਆ ਰਹੀ ਹੈ ਸ਼ਾਰਟੇਜ। ਅੱਛਾ, ਜੇ ਅਸੀਂ 1 ਕੁਇੰਟਲ ਦੀ ਗੱਲ ਕਰੀਏ ਤੇ ਅਨਾਜ ਜਿਹੜੀ ਇਹਦੀ ਮਾਰਕੀਟ ਵੈਲਿਊ ਕਿੰਨੀ 1 ਕੁਇੰਟਲ ਦੀ? ਅਪਰੋਕਸੀਮੇਟ 2200 ਰੁਪਈਆ ਜੀ, ਜੇ ਆਪਾਂ ਸਾਰੇ ਸਰਚਾਰਜ ਪਾ ਲਈਏ ਜੀ। ਜੀ
ਮਤਲਬ ਇਸ ਤਰ੍ਹਾਂ ਜਿਵੇਂ ਦੱਸਿਆ ਜਾ ਰਿਹਾ ਵੀ ਕਰੀਬ 50,000 ਕੁਇੰਟਲ ਘੱਟ ਹੈ, ਇਹਦਾ ਮਤਲਬ 10 ਕਰੋੜ ਤੋਂ ਉੱਪਰ ਦਾ ਘਪਲਾ ਹੈ। ਬਿਲਕੁਲ ਜੀ ਬਿਲਕੁਲ, ਇੰਨਾ ਹੀ ਬਣ ਜਾਣਾ ਜੀ। ਅੱਛਾ, ਕੀ ਨਾਮ ਹੈ ਜੀ ਤੁਹਾਡਾ? ਨਿਤਿਨ ਕਾਲੀਆ ਜੀ। ਅੰਕਲ ਸਰ, ਤੁਸੀਂ ਕਿੱਥੋਂ ਆਏ ਹੋ? ਮੈਂ ਇੱਥੇ ਨਾਲ ਮਦਰਾਹੇ ਤੋਂ ਹਾਂ ਜੀ, ਮੈਂ ਇਸ ਵੇਲੇ ਏਫਐਸ ਦਰਾਹਾ। ਅਤੇ ਤੁਸੀਂ ਏਐਫਐਸਓ ਤੇ ਵਿਜੀਲੈਂਸ ਟੀਮ ਵੱਲੋਂ ਤੁਸੀਂ ਆਏ? ਹਾਂਜੀ ਹਾਂਜੀ ਬਿਲਕੁਲ। ਅੱਛਾ, ਇਹ ਸਿਰਫ ਅੰਮ੍ਰਿਤਸਰ ਦੀ ਚੈਕਿੰਗ ਹੋ ਰਹੀ ਹੈ ਕਿ ਨਿਤਿਨ ਜੀ, ਕਿ ਬਾਕੀ ਵੀ ਤੁਸੀਂ ਪੂਰੇ ਜੰਡਿਆਲਾ ਗੁਰੂ ਦੀ ਅੰਮ੍ਰਿਤਸਰ ਦੀ। ਦੇਖੋ ਜੀ, ਇੱਕ ਇੰਸਪੈਕਟਰ ਦੇਖੋ, ਇੱਕ ਇਕੱਲਾ ਇੰਸਪੈਕਟਰ ਜਿਹੜਾ ਜਸਦੇਵ ਸਿੰਘ ਸ਼ਾਇਦ ਉਹਦਾ ਨਾਮ ਹੈ, ਤੇ ਕਰੀਬ ਇੰਨੀ 50 ਤੋਂ 70 ਹਜ਼ਾਰ ਕੁਇੰਟਲ ਜਿਹੜੀ ਕਣਕ ਦੀ ਘਾਟ ਦੀ ਗੱਲ ਕੀਤੀ ਜਾਂਦੀ, ਤੁਹਾਨੂੰ ਨਹੀਂ ਲੱਗਦਾ ਵੀ ਪੂਰੇ ਡਿਸਟ੍ਰਿਕਟ ਦੀ ਜਾਂਚ ਹੋਣੀ ਚਾਹੀਦੀ ਹੈ? ਜੀ ਬਿਲਕੁਲ ਹੋਣੀ ਚਾਹੀਦੀ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਹੋਰ ਕਿਉਂਕਿ ਦੇਖੋ ਜੀ ਜਿਹੜੀ ਇਹ ਘਾਟ ਆਈ ਹੈ, ਦੇਖੋ ਇਹ ਹੈ ਅੱਜ ਤਾਂ ਹਲੇ ਜੰਡਿਆਲਾ ਗੁਰੂ ਜੀ ਆ, ਸਾਨੂੰ ਇਹਦੇ ਤਾਂ ਬਾਰੇ ਇਨਫੋਰਮੇਸ਼ਨ ਮਿਲੀ ਸੀ, ਅਸੀਂ ਚੈਕਿੰਗ ਤੇ ਆਏ हैं, तो बाकी जितना ਸਾਨੂੰ ਅੱਗੇ ਆਰਡਰ ਮਿਲਣਗੇ ਅਸੀਂ ਉਸ ਹਿਸਾਬ ਨਾਲ ਫੋਲੋ ਕਰਾਂਗੇ जी। चलिए, ये देखिए, ये अधिकारी हैं, अब जांच कर रहे हैं। इनका कहना है कि पीछे तक आप देख सकते हैं, मैं कैमरामैन से कहूँगा वो देखिए, ये पीछे तक जो हैं वो भरी हुए है गोदाम अनाज के साथ। इनको एक एक जो बोरी को गिनना, काउंट करना आसान नहीं है। इनका ये कहना है कि उम्मीद की जा रही है 1-2 दिन में ये सारी की सारी जो गिनती हो जाएगी, तो फिर ही इसका सही आंकलन हो पाएगा कि इसमें 10 करोड़ रुपए का घपला हुआ है या इससे भी ज़्यादा का घपला हुआ है। हमारा मकसद है आपको बताना कि किस तरह ये अनाज कुछ लोगों की ओर से खाया जा रहा है। पहले तो गरीबों को भी अनाज नहीं मिलता, हर एक डिपो होल्डर पर भी आरोप लगते हैं वो अनाज कम देता है, और ऐसा कहा जाता है कि जो इंस्पेक्टर हैं विभाग के वो और डिपो मालिक मिल बांट कर ये अनाज खाते हैं। अब कहाँ तक सही है, कहाँ तक सच है, हमारी तरफ से पहले भी जब कई बार ऐसे मामलों को उजागर किया जा चुका है कि सरकारी अनाज हो या सरकारी और चीज़ें हों, इनका दुरुपयोग हो रहा है। कि अब क्या इन लोगों को सज़ा मिल पाएगी जो इसके दोषी हैं, जो इसके आरोपी हैं, या उन्हें मात्र सस्पेंड करने के बाद कुछ देर बाद बहाल कर दिया जाएगा, जिस तरह के वीरूमल मुल्क राज के मामले में हुआ था। क्योंकि तमाम लोगों को सस्पेंड तो किया गया, लेकिन आखिरकार जो सरकार का नुकसान हुआ कई करोड़ रुपए का, हमारी जानकारी के मुताबिक करीब 50 करोड़ रुपए का तब विभाग को चूना लगा था, लेकिन मामले पर की लीपापोती कर दी गई। कोई ये बताने को तैयार होता नहीं है कि कैसे मिल बांट कर ये सारा माल खाया जाता है। अब उम्मीद की जा रही है कि शायद ये मामला सामने आ जाए। अब हम बात करेंगे जो विजिलेंस टीम के जो कुछ और भी अधिकारी हैं उनके साथ, उनका क्या कहना है। अब हम बात करेंगे जो चेयरमैन हैं विजिलेंस कमेटी के, डॉक्टर राकेश सिंगला, उनके साथ उनका क्या कहना है। हाँ जी पटेल साहब। सर नमस्कार। नमस्कार जी। सर राकेश सिंगला जी, चेयरमैन विजिलेंस कमेटी बोल रहे हैं। हाँ जी हाँ जी हाँ जी। सर मैं ਅੰਮ੍ਰਿਤਸਰ ਤੋਂ D4 ਨਿਊਜ਼ ਤੋਂ ਦੀਪਕ ਭੰਡਾਰੀ ਬੋਲ ਰਿਹਾ ਜੀ। ਜੀ ਭੰਡਾਰੀ ਸਾਹਿਬ। ਸਰ ਇੱਕ ਤਾਂ ਉਹ ਤੁਹਾਡੀ ਇੱਕ ਟੀਮ ਆਈ ਹੋਈ ਹੈ ਕਿ ਇੱਥੇ ਚੈਕਿੰਗ ਕਰਨ ਜੰਡਿਆਲਾ ਗੋਡਾਊਨ ਸਿਰਫ। ਹਾਂਜੀ ਹਾਂਜੀ। ਤੇ ਸਰ ਉਹ ਸਾਡੀ ਜਾਣਕਾਰੀ ਦੇ ਮੁਤਾਬਿਕ ਵੀ ਇੱਥੇ ਕਰੀਬ 60 ਤੋਂ 70 ਹਜ਼ਾਰ ਕੁਇੰਟਲ ਅਨਾਜ ਗਾਇਬ ਹੈ। ਅੱਛਾ ਜੀ। ਸਰ ਤੁਹਾਡਾ ਇਹਦੇ ਬਾਰੇ ਸਰ ਕੀ ਕਹਿਣਾ ਹੈ ਜੀ। ਭੰਡਾਰੀ ਸਾਹਿਬ, ਇਹਦੀ ਹਜੇ ਇਨਕੁਆਇਰੀ ਚੱਲ ਰਹੀ ਹੈ, 8 ਗੋਦਾਮਾਂ ਤੇ ਅਲੱਗ-ਅਲੱਗ ਟੀਮਾਂ ਗਿਣਤੀ ਕਰ ਰਹੀਆਂ ਜੀ, ਕਿਉਂਕਿ ਇਹਦੀ ਸਟੋਰੇਜ ਕਾਫੀ ਵੱਡੀ ਮਾਤਰਾ ਦੇ ਵਿੱਚ ਹੈ ਜੀ ਜੀ, ਤੇ ਇਹਨੂੰ ਹਜੇ 2 ਦਿਨ ਲੱਗਣਗੇ ਜਿਹੜਾ ਫਾਈਨਲ ਕਨਕਲੂਜਨ ਤੇ ਪਹੁੰਚਣ ਲਈ ਵੀ ਕਿੰਨਾ ਇੱਥੇ ਜਿਹੜੀ ਹੈ ਵੀਟ ਘੱਟ ਹੈ। ਜੀ ਜੀ। ਅੱਛਾ ਸਰ, ਇੱਕ ਸਰ ਕਾਈਂਡਲੀ ਦੱਸਣਾ, ਜਿਵੇਂ ਇੱਥੇ ਜੰਡਿਆਲੇ 'ਚ 8 ਗੋਦਾਮ ਹੈ ਤੇ ਕਿਹਾ ਜਾ ਰਿਹਾ ਵੀ 60 ਤੋਂ 70 ਹਜ਼ਾਰ ਕੁਇੰਟਲ ਅਨਾਜ ਘੱਟ ਹੈ, ਤੇ ਸਰ ਤੁਸੀਂ ਕਿਆ ਪੂਰੇ ਅੰਮ੍ਰਿਤਸਰ ਡਿਸਟ੍ਰਿਕਟ ਤੇ ਉਸ ਤੋਂ ਬਾਅਦ ਕਿਆ ਪੂਰੇ ਪੰਜਾਬ ਦੀ ਪਰਸਨਲ ਵੈਰੀਫਿਕੇਸ਼ਨ ਕਰਾਓਗੇ ਕਿ ਕਿਉਂਕਿ ਬਹੁਤ ਵੱਡਾ ਇੱਕ ਮਾਮਲਾ ਸਾਹਮਣੇ ਆਇਆ ਜੀ। ਪਹਿਲੀ ਗੱਲ ਤਾਂ ਜੀ ਇਹ ਇਦਾਂ ਦੀ ਇਨਸੀਡੈਂਟ ਬੜੀ ਐਸੋਲੇਟਡ ਇਨਸੀਡੈਂਟ ਹੁੰਦੀ ਹੈ। ਇਹ ਆਪਾਂ ਜਿਹੜੀ ਇੱਕ ਇਨਸੀਡੈਂਟ ਹੋਈ ਹੈ ਇਹਨੂੰ ਸਾਰੇ ਪੰਜਾਬ ਜਾਂ ਸਾਰੇ ਜ਼ਿਲ੍ਹੇ ਤੇ ਨਹੀਂ ਲਾ ਸਕਦੇ ਜੀ, ਬਟ ਜਿੱਥੇ ਵੀ ਸਾਨੂੰ ਕੋਈ ਲੱਗੇਗਾ ਸਰਕਾਰ ਹੁਕਮ ਕਰੇਗੀ ਤੇ ਜ਼ਰੂਰ ਕਰਵਾਈ ਜਾਏਗੀ ਪੀਪੀ ਬਾਕੀ ਵੀ ਜਗ੍ਹਾ ਤੇ। ਅੱਛਾ ਸਰ, ਇੱਕ ਤੁਹਾਡੀ ਜਾਣਕਾਰੀ 'ਚ ਲਿਆਣਾ ਸੀ, ਇੱਕ ਵੀਰੂਮਲ ਮੁਲਕ ਰਾਜ ਦਾ ਮਾਮਲਾ ਆਇਆ ਸੀ ਕਰੀਬ 3 ਸਾਲ ਪਹਿਲੇ ਜੀ। ਅਧਿਕਾਰੀ ਸਰ ਸਸਪੈਂਡ ਵੀ ਹੁੰਦੇ ਆ, ਬਟ ਸਰ ਭਰਪਾਈ ਨਹੀਂ ਕੀਤੀ ਜਾਂਦੀ ਕਿਉਂਕਿ ਸਰਕਾਰ ਦਾ ਜਿਹੜਾ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ, ਉਹਦੀ ਭਰਪਾਈ ਨਹੀਂ ਹੁੰਦੀ। ਕਿਆ ਸਰ ਇਸ ਵਾਰੀ ਮੰਨਿਆ ਜਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਡਿਸਮਿਸ ਕਰਨ ਦੇ ਨਾਲ ਉਹਨਾਂ ਦੀ ਭਰਪਾਈ ਵੀ ਕੀਤੀ ਜਾਏਗੀ ਜਿੰਨਾ ਵੀ ਨੁਕਸਾਨ ਹੋਇਆ ਜੀ। ਦੇਖੋ ਜੀ, ਜਿੱਥੋਂ ਤੱਕ ਤਾਂ ਵੀਰੂਮਲ ਦੇ ਕੇਸ ਦਾ ਸਬੰਧ ਹੈ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਉਹ ਤਾਂ ਉਹਦੇ ਸਬੰਧ ਦੇ ਵਿੱਚ ਪੁਲਿਸ ਵੀ ਆਪਣੀ ਕਾਰਵਾਈ ਕਰ ਰਹੀ ਹੈ, ਮਹਿਕਮਾ ਵੀ ਕਾਰਵਾਈ ਕਰ ਰਿਹਾ ਜੀ। ਜਿਹੜਾ ਇਸ ਕੇਸ ਦੇ ਵਿੱਚ ਸਬੰਧ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਵਿਰੁੱਧ ਬਣਦੀ ਕਾਰਵਾਈ, ਪੂਰੀ ਕਾਨੂੰਨੀ ਕਾਰਵਾਈ ਵੀ ਅਤੇ ਮਹਿਕਮੇ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਸਿੰਗਲਾ ਸਾਹਿਬ ਬਹੁਤ ਬਹੁਤ ਸਾਡੇ ਨਾਲ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਜੀ। जी जी, थैंक यू। नमस्कार जी, नमस्कार जी, नमस्कार। ये थे डॉक्टर राकेश सिंगला जो चेयरमैन हैं विजिलेंस कमेटी के। उनका कहना है कि अभी जांच जारी है, जो भी आरोपी जो भी दोषी पाएगा उसके खिलाफ सख्त कार्रवाई होगी, किसी को बख्शा नहीं जाएगा। अब तो ये आने वाला समय बताएगा कि क्या मात्र
किसी को सस्पेंड करके ही इतिश्री कर ली जाती है। और सबसे बड़ा सवाल ये है कि जो यहाँ पर जसदेव सिंह इंस्पेक्टर काम कर रहा था उसे आसमान निगल गया या ज़मीन खा गई, क्योंकि विभाग को उसका कोई अता पता नहीं मिल पा रहा है और वो कोई छुट्टी देकर नहीं गया है। अमृतसर के जंडियाला की गहरी मंडी से D4 न्यूज़ के लिए दीपक भंडारी की खास रिपोर्ट।